गुरु वाहिगुरु साहिब जी। आसा महला पंजवा। क्या सोवै नाम विसार, गाफल गह लिया किती इत दरियाए वंजन वहदियां। बोए तड़ा हर चरण मन चढ़ लंघिया। आठ पैर गुण गाए साधु संगिया। रहो भोगै भोग अनेक बिन नावै सुनिया। हर की भगत बिना मर मर रुनिया। कपड़ भोग सुगंध तन मर्दन मालना। बिन सिमरन तन चार सर पर चलना। महाबिकम संसार विरले पेखिया। छूटन हर की शरण लेख नानक लिखिया। जो जन ले खसम का नाम, तिनके हों सद बलहार जाऊं। ज़हरा ज़हूर हाजरा हजूर सर्व कला भरपूर समरथ गुरु लोक परलोक दे रखियक भगत वशल। ज्ञान दे सागर गुरुआं दे गुरु धन धन श्री गुरु ग्रंथ साहिब महाराज जी दी पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी धनता दे योग वड़ भागे हो। गुरु साहब ने मेहर दया कृपा की है। अब कलु आयो एक नाम बोवो बोवो दे महावाक अनुसार सानू महाराज जी ने वत्तर बख्शे। वत्तर का मतलब वत का मतलब वो धरती जिहड़ी बीज बीजण दे योग हो जाती है। उन बाणी विच लिखिया वत लगी सच्चे नाम की। वत लगी सच्चे नाम की जो बीजै सो खाए। जिवें हर एक फसल का समा हुंदा, समा तो हुंदा ही हुंदा, पर उहदे लई वत्तर जां वत तैयार करना पैंदा है। मतलब उस बीजण दे लई जमीन नूं तैयार करना पैंदा। तैयार जे जमीन तैयार ना होवे, वत ना होवे, वत्तर ना होवे, कोई अपनी जमीन दे विच महंगा बीज पाउंदा नहीं। कोई अपनी जमीन दे विच मजदूरां कोलों कोई खेती कराउंदा नहीं। क्योंकि जमीन का सही होना, उपजाऊ होना बहुत ज़रूरी है। जिस जमीन ते बीज पुंगरदा नहीं, खास करके पहाड़ी इलाकों के विच जिथे पत्थर अक्सर होंदे हन, उत्थे बहुता बीज फसल उगदी नहीं। इस करके उत्थे बीजन लग्गिया किसान भी गुरेज करदा। जिथे फसल उगदी होवे,
ਜਿੱਥੇ ਫਸਲ ਝਾੜ ਵਾਹਵਾ ਦਿੰਦੀ ਹੋਵੇ ਉਹਨਾਂ ਜ਼ਮੀਨਾਂ ਦਾ ਮੁੱਲ ਵੀ ਜ਼ਿਆਦਾ ਹੁੰਦਾ। ਜਿਹੜੀ ਜ਼ਮੀਨ ਦੇ ਵਿੱਚ ਫਸਲ ਮਰਦੀ ਹੋਵੇ, ਅਕਸਰ ਕਦੇ ਕਦਾਈ ਨਿਕਲ ਗਈ, ਅਕਸਰ ਮਰ ਗਈ, ਉਸ ਜ਼ਮੀਨ ਦਾ ਮੁੱਲ ਵੀ ਬਹੁਤ ਘੱਟ ਹੁੰਦਾ ਹੈ। ਮਤਲਬ ਕਹਿਣ ਦਾ, ਜਿਹੜੀ ਉਪਜਾਊ ਭੂਮੀ ਹੈ ਜਾਂ ਧਰਤੀ ਜਾਂ ਜ਼ਮੀਨ ਹੈ, ਉਸ ਦੀ ਕੀਮਤ, ਉਸ ਦਾ ਫਲ, ਉਸ ਦੀ ਕਦਰ ਬਹੁਤ ਹੈ। ਹੁਣ ਜ਼ਮੀਨ ਦਾ ਮਤਲਬ ਕੀ ਹੈ, ਫਲ ਦਾ ਮਤਲਬ ਕੀ ਹੈ, ਫੁੱਲ ਦਾ ਮਤਲਬ ਕੀ ਹੈ, ਬੀਜ ਦਾ ਮਤਲਬ ਕੀ ਹੈ, ਸੁਹਾਗੇ ਦਾ ਮਤਲਬ ਕੀ ਹੈ, ਹਲ ਵਾਹੁਣ ਦਾ ਮਤਲਬ ਕੀ ਹੈ, ਇਹ ਮਹਾਰਾਜ ਜੀ ਤੋਂ ਪੁੱਛਦੇ ਹਾਂ। ਸਾਡਾ ਹਿਰਦਾ ਇੱਕ ਧਰਤੀ ਹੈ, ਸਾਡਾ ਹਿਰਦਾ ਇੱਕ ਧਰਤੀ ਹੈ। ਜਿਵੇਂ ਧਰਤੀ ਹੇਠ ਵਸੰਦਾ ਪਾਣੀ, ਭਾਈ ਗੁਰਦਾਸ ਜੀ ਦੀ ਵਾਰ, ਜਿਵੇਂ ਧਰਤੀ ਦੇ ਹੇਠ ਪਾਣੀ ਰਹਿੰਦਾ, ਜਿਵੇਂ ਧਰਤੀ ਦੀ ਮਿੱਟੀ ਦੇ ਵਿੱਚ ਉਪਜਾਊ ਸ਼ਕਤੀ ਹੁੰਦੀ ਹੈ, ਜਿਵੇਂ ਧਰਤੀ ਦੇ ਵਿੱਚ ਬੀਜ ਉੱਗਦਾ ਜਾਂ ਪੁੰਗਰਦਾ ਜਾਂ ਪੌਦਾ ਬਣਦਾ ਜਾਂ ਫਲ ਮਿਲਦਾ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਮਨੁੱਖ ਦਾ ਹਿਰਦਾ ਵੀ ਇੱਕ ਧਰਤੀ ਹੈ। ਪਹਿਲਾਂ ਦੁਨਿਆਵੀ ਉਦਾਹਰਨ, ਫਿਰ ਅਸਲੀ ਗੱਲ। ਮਨੁੱਖ ਦਾ ਹਿਰਦਾ ਵੀ ਇੱਕ ਧਰਤੀ ਹੈ। ਇਹਦੇ ਵਿੱਚ ਕਿਹੜਾ ਬੀਜ ਬੀਜਣਾ ਇਹਨੂੰ ਖੁਦ ਨੂੰ ਪਤਾ ਹੈ। ਇਸ ਦੇ ਵਿੱਚ ਕਿਹੜੀ ਫਸਲ ਬੀਜਣੀ ਹੈ ਇਸ ਨੂੰ ਖੁਦ ਨੂੰ ਪਤਾ ਹੈ। ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤਿਹਾ ਕੋ ਖਾਏ, ਗੱਲਾਂ ਉੱਪਰ ਤਪਾਵਸ ਨਾ ਹੋਵੇ ਹੀ ਵਿਸ ਖਾਧੀ ਤਤਕਾਲ ਮਰ ਜਾਏ। ਸਿਸ ਕਰ ਗਿਆ ਸਾਡੀ ਹਿਰਦੇ ਰੂਪੀ ਧਰਤੀ ਦੇ ਵਿੱਚ ਕਿਹੜਾ ਬੀਜ ਜਿਹੜਾ ਹੈ ਪ੍ਰਫੁੱਲਤ ਹੋ ਸਕਦਾ, ਉਹਨੂੰ ਬਾਣੀ ਦੇ ਵਿੱਚ ਦੱਸ ਦਿੱਤਾ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਸਾਨੂੰ ਦੱਸ ਦਿੱਤਾ ਵੀ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੇ ਨੋ ਕਿਰਪਾਲ ਸੰਭਾਲੈ ਸਾਹੈ ਸਾਹੈ। ਸਾਨੂੰ ਦੱਸ ਦਿੱਤਾ ਇਸ ਕਲਯੁਗ ਦੇ ਅੰਦਰ ਹਿਰਦੇ ਰੂਪੀ ਧਰਤੀ ਦੇ ਵਿੱਚ ਕੀ ਸੱਟਣਾ ਕੀ ਨਹੀਂ ਸੱਟਣਾ, ਮਤਲਬ ਕੀ ਪਾਉਣਾ ਕੀ ਨਹੀਂ ਪਾਉਣਾ। ਸੋ ਇਸ ਲਈ ਸਾਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਸਾਡੇ ਹਿਰਦੇ ਨੂੰ ਸੁੰਦਰ ਸੋਹਣਾ ਬਣਾਉਣ ਦੀ ਜੁਗਤੀ ਦੱਸੀ ਹੈ। ਉਹ ਜੁਗਤੀ ਸਾਨੂੰ ਵਿਚਾਰਾਂ ਰਾਹੀਂ ਹੀ ਮਿਲਦੀ ਹੈ। ਸੋ ਇਹਦੇ ਵਾਸਤੇ ਪੰਜਵੇਂ ਪਾਤਸ਼ਾਹ ਜੀ ਸਾਨੂੰ ਸ਼ਬਦ ਉਚਾਰਨ ਕਰਕੇ ਇੰਝ ਫਰਮਾਨ ਕਰਦੇ ਹਨ, ਕਿਆ ਸੋਵੈ ਨਾਮ ਵਿਸਾਰ ਗਾਫਲ ਗਹਿਲਿਆ। ਮਹਾਰਾਜ ਜੀ ਫਰਮਾਨ ਕਰਦੇ ਨੇ, ਨਾਮ ਨੂੰ ਵਿਸਾਰ ਕੇ ਇਸ ਸੰਸਾਰ ਦੀ ਅਗਿਆਨਤਾ ਦੀ ਨੀਂਦਰ ਦੇ ਵਿੱਚ ਸੌਣਾ ਇੱਕ ਭੁੱਲ ਹੈ, ਗਲਤੀ ਹੈ। ਕਿਆ ਸੋਵੈ ਨਾਮ ਵਿਸਾਰ ਗਾਫਲ ਗਹਿਲਿਆ, ਸ਼ਿਆਮ ਸੁੰਦਰ ਤਜ। ਨੀਂਦ ਕਿਉਂ ਆਈ, ਮਤਲਬ ਅਗਿਆਨਤਾ ਦੀ ਨੀਂਦ। ਉਸ ਮਾਲਕ ਨੂੰ ਛੱਡ ਕੇ ਵਿਸਾਰ ਕੇ ਤੂੰ ਕਿਹੜੀ ਨੀਂਦ ਸੌਂ ਰਿਹਾ। ਕਿਆ ਸੋਵੈ ਨਾਮ ਵਿਸਾਰ ਗਾਫਲ ਗਹਿਲਿਆ, ਕਿਹੜੀ ਨੀਂਦ ਲੈ ਰਿਹਾ ਤੂੰ ਇਸ ਸੰਸਾਰ ਦੇ ਵਿੱਚ ਗਾਫਲਾ। ਤੈਨੂੰ ਪਤਾ ਨਹੀਂ ਤੇਰਾ ਜਾਗਣ ਦਾ ਸਮਾਂ, ਉੱਠਣ ਦਾ ਸਮਾਂ। ਜੇ ਕੋਈ 10, 11 ਜਾਂ 12 ਵਜੇ ਤੱਕ ਪਿਆ ਹੀ ਰਹਿੰਦਾ ਤੇ ਉਸ ਨੂੰ ਕਦੇ ਵੀ ਵਡਿਆਈ ਨਹੀਂ ਮਿਲਦੀ। ਜਿਹੜਾ ਉੱਠ ਕੇ ਆਪਣੇ ਕੰਮ ਕਾਰ ਕਰਨ ਲੱਗ ਜਾਂਦਾ ਉਸ ਨੂੰ ਵਡਿਆਈ ਮਿਲਦੀ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਵੀ ਸਾਨੂੰ ਵਡਿਆਈ ਤਾਂ ਹੀ ਦਿੰਦੇ ਨੇ ਜੇ ਅਸੀਂ ਨਿਤ ਜਪੀਏ ਸਾਸ ਗਿਲਾਸ ਨਾਉ ਪਰਵਦਗਾਰ ਦਾ। ਜੇ ਅਸੀਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਜੋਗਾ। ਸੋ ਇਸ ਲਈ ਜਿਹੜਾ ਭਾਈ ਇਸ ਜੀਵਨ ਦੇ ਵਿੱਚ ਜਾਗ ਰਿਹਾ,
वो किधरे ना किधरे जरूर पहुँच जाएगा। ਜਿਹੜਾ ਸੁੱਤਾ ਹੋਇਆ ਅਗਿਆਨਤਾ ਦੇ ਵਿੱਚ, ਭਰਮ ਦੇ ਵਿੱਚ, ਵਹਿਮ ਦੇ ਵਿੱਚ, ਭੁੱਲਣਾ ਦੇ ਵਿੱਚ, ਤੇ ਉਹਦਾ ਜੀਵਨ ਜਿਹੜਾ ਬੇਅਰਥ ਹੀ ਚਲਿਆ ਜਾਵੇਗਾ। ਜਾਂ ਹੋਰ ਸੌਖੀ ਉਦਾਹਰਨ ਦਿੰਦੇ ਆ, ਕੋਈ ਕਹਿੰਦਾ ਮੇਰੇ ਕੋਲ ਪੈਲੀ 10 ਕਿੱਲੇ ਹੈ ਤੇ ਲਾਵੇ ਉਹ ਇੱਕ ਵੀ ਕਿੱਲਾ ਨਾ, ਮਤਲਬ ਫਸਲ ਇੱਕ ਵੀ ਕਿੱਲਾ ਨਾ ਬੀਜੇ, ਉਸ 10 ਕਿੱਲਿਆਂ ਦੀ ਪੈਲੀ ਦਾ ਕੀ ਫਾਇਦਾ ਬਈ। ਜੇ ਕੋਈ ਕਹੇ ਵੀ ਮੇਰੀ ਉਮਰ ਇੰਨੀ ਹੈ, ਮੈਨੂੰ ਸੋਝੀ ਇੰਨੀ ਹੈ, ਮੇਰੀ ਪੜ੍ਹਾਈ ਇੰਨੀ ਹੈ, ਮੇਰੀ ਵਡਿਆਈ ਇੰਨੀ ਹੈ, ਮੇਰਾ ਅਹੁਦਾ ਐਡਾ ਵੱਡਾ ਹੈ, ਤੇ ਜੇ ਇਸ ਨੂੰ ਨਾਮ ਭਜਨ ਬੰਦਗੀ ਬਾਰੇ ਕੁਝ ਪਤਾ ਹੀ ਨਹੀਂ, ਪਰਮ ਪਿਤਾ ਪਰਮਾਤਮਾ ਬਾਰੇ ਕੁਝ ਪਤਾ ਹੀ ਨਹੀਂ, ਤੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਫਰਮਾਨ ਕੀਤਾ, ਫਿਰ ਇਹਦੀ ਜ਼ਿੰਦਗੀ ਜਿਹੜੀ ਹੈ ਉਹ ਇੱਕ ਹਨੇਰੇ ਵਰਗੀ ਹੋਵੇਗੀ। ਫਿਰ ਇਸ ਦਾ ਜੀਵਨ ਜਿਹੜਾ ਅਗਿਆਨਤਾ ਵਾਲਾ ਹੋਵੇਗਾ। ਇਸ ਲਈ ਮਹਾਰਾਜ ਜੀ ਕਹਿੰਦੇ ਉਸ ਨੀਂਦਰ ਤੋਂ ਜਾਗ ਕੇ ਗਿਆਨ ਪ੍ਰਕਾਸ਼ ਦੇ ਵਿੱਚ ਆ ਕੇ ਇਕੱਤਰ ਹੋਵੋ ਜਾਂ ਬੈਠੋ। ਇੱਥੋਂ ਤੁਹਾਨੂੰ ਬਹੁਤ ਵੱਡੀ ਇੱਕ ਸੇਧ ਮਿਲੇਗੀ, ਬਖਸ਼ਿਸ਼ ਮਿਲੇਗੀ, ਜੀਵਨ ਦਾ ਢੰਗ ਤੇ ਜੀਵਨ ਦੀ ਜਾਂਚ ਮਿਲੇਗੀ। ਇਸ ਕਰਕੇ ਗੁਰੂ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਵੀ ਐਵੇਂ ਤੂੰ ਗਾਫਲਾ ਸੁਤਾ ਨਾ ਰਹਿ, ਅਗਿਆਨਤਾ ਦੀ ਨੀਂਦ ਦੇ ਵਿੱਚ ਨਾ ਪਿਆ ਰਹਿ, ਆ ਜਾ ਬਾਹਰ, ਜਾਗ ਪੈ। ਤੇ ਜਾਗਣ ਤੋਂ ਬਾਅਦ ਕੀ ਮਹਾਰਾਜ ਜੀ ਫਰਮਾਨ ਕਰਦੇ ਨੇ, ਕੀ ਬਣੇਗਾ, ਕੀ ਹੋਏਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ, ਕੀ ਉਚਾਰਨ ਕਰ ਰਹੇ ਨੇ, ਕੀਤੀ ਇਤ ਦਰਿਆਏ ਵੰਜਨ ਵਹਿੰਦਿਆਂ। ਮਹਾਰਾਜ ਜੀ ਕਹਿੰਦੇ ਅਨੇਕਾਂ ਹੀ ਜੀਵ ਇਸ ਸੰਸਾਰ ਸਾਗਰ ਦੇ ਵਿੱਚ ਆ ਕੇ ਚਲੇ ਗਏ, ਮੁੱਕ ਗਏ, ਰੁੜ ਗਏ। ਕੀਤੀ ਇਤ ਦਰਿਆਏ ਵੰਜਨ ਵਹਿੰਦਿਆਂ, ਕਿਤਨੇ ਮਤਲਬ ਕਿੰਨੇ ਹੀ, ਵੰਜਨ ਮਤਲਬ ਜਾ ਰਹੇ ਹਨ, ਵਹਿੰਦਿਆਂ ਦਾ ਮਤਲਬ ਹੁੰਦਾ ਹੈ ਰੁੜਨਾ। ਜਿਵੇਂ ਅਸੀਂ ਕਹਿੰਦੇ ਹਾਂ ਉਹ ਵਹਿ ਗਿਆ, ਵਹਿ ਗਿਆ ਜਾਂ ਵਹਿਣ ਦਾ ਮਤਲਬ ਰੁੜਨਾ। ਸੋ ਮਹਾਰਾਜ ਜੀ ਕਹਿੰਦੇ ਵੀ ਇਸ ਸੰਸਾਰ ਦੇ ਵਿੱਚ ਅਨੇਕਾਂ ਜੀਵ ਸੰਸਾਰ ਸਾਗਰ ਦੇ ਵਿੱਚ ਡੁੱਬਦੇ ਜਾਂ ਸੰਸਾਰ ਦਰਿਆ ਵਿੱਚ ਰੁੜਦੇ ਜਾ ਰਹੇ ਹਨ। ਔਰ ਜਿਹੜਾ ਦਰਿਆ ਦੇ ਵਿੱਚ ਰੁੜ ਗਿਆ, ਪਤਾ ਨਹੀਂ ਉਸਨੇ ਕਿੱਥੇ ਪਾਰ ਲੱਗਣਾ, ਕਿੱਥੇ ਜਾਣਾ, ਬਚਣਾ ਜਾਂ ਨਹੀਂ। ਸੋ ਉਹ ਮਨੁੱਖ ਇਸ ਤਰ੍ਹਾਂ ਸਮਝ ਲਵੇ ਵੀ ਉਹ ਦਰਿਆ ਦੇ ਵਿੱਚ ਡੁੱਬ ਗਿਆ, ਦਰਿਆ ਦੇ ਵਿੱਚ ਰੁੜ ਗਿਆ। ਕੌਣ? ਜਿਹੜਾ ਨਾਮ ਨੂੰ ਵਿਸਾਰ ਗਿਆ। ਮਹਾਰਾਜ ਜੀ ਕਹਿੰਦੇ ਅਗਿਆਨਤਾ ਦੀ ਨੀਂਦ ਵਿੱਚ ਸੌਂ ਗਿਆ, ਉਹ ਸਮਝੋ ਰੁੜ ਗਿਆ। ਸੋ ਜਿਵੇਂ ਸੰਸਾਰ ਦੇ ਵਿੱਚ ਸਾਨੂੰ ਕੋਈ ਘਾਟਾ ਪੈ ਜਾਂਦਾ ਤੇ ਅਸੀਂ ਕਹਿ ਦਿੰਦੇ ਹਾਂ ਉਹ ਤੇ ਬੰਦਾ ਰੁੜ ਗਿਆ, ਮੇਰਾ ਸਭ ਕੁਝ ਰੁੜ ਗਿਆ। ਮੁਹਾਵਰਾ ਵੀ ਹੈ, ਅਸੀਂ ਕਹਿ ਦਿੰਦੇ ਹਾਂ ਸਭ ਕੁਝ ਰੁੜ ਗਿਆ, ਮਤਲਬ ਸਭ ਕੁਝ ਬਰਬਾਦ ਹੋ ਗਿਆ। ਕੀਤੀ ਇਤ ਦਰਿਆਏ ਵੰਜਨ ਵਹਿੰਦਿਆਂ, ਬੋਹਿਤੜਾ ਹਰ ਚਰਨ ਮਨ ਚੜ ਲੰਘੀ ਹੈ। ਪਰਮਾਤਮਾ ਦਾ ਨਾਮ ਜਾਂ ਪਰਮਾਤਮਾ ਦੇ ਚਰਨ ਇੱਕ ਸੋਹਣਾ ਜਹਾਜ਼ ਹੈ। ਪਰਮਾਤਮਾ ਦੇ ਚਰਨ ਜਾਂ ਪਰਮਾਤਮਾ ਦਾ ਨਾਮ ਸ਼ਬਦ ਇੱਕ ਸੋਹਣਾ ਜਹਾਜ਼ ਹੈ। ਇਹਦੇ ਤੇ ਤੂੰ ਸਵਾਰ ਹੋ ਜਾ, ਇਸ ਦੇ ਉੱਪਰ ਤੂੰ ਬੈਠ ਜਾ। ਤੇ ਬੈਠੇ ਨੂੰ ਇੱਕ ਦਿਨ ਗੁਰੂ ਜ਼ਰੂਰ ਉਸ ਦੀ ਮੰਜ਼ਿਲ ਤੱਕ ਪਹੁੰਚਾਵੇਗਾ। ਜਿਸ ਨੂੰ ਬੱਸ ਮਿਲ ਜਾਏ, ਜਿਸ ਨੂੰ ਰੇਲ ਗੱਡੀ ਮਿਲ ਜਾਏ, ਉਹ ਕਦੀ ਨਾ ਕਦੀ ਕਿਧਰੇ ਨਾ ਕਿਧਰੇ ਤੇ ਜ਼ਰੂਰ ਪਹੁੰਚੇਗਾ। ਭਾਵੇਂ ਮੰਜ਼ਿਲ ਤੋਂ ਉਰਾਂ ਹੀ ਪਹੁੰਚ ਜਾਏ, ਪਰ ਆਪਣੇ ਉਸ ਸਟੇਸ਼ਨ ਨੂੰ ਛੱਡ ਕੇ ਦੂਜੇ ਤੇ ਜ਼ਰੂਰ ਜਾ ਪਹੁੰਚੇਗਾ। ਪਰ ਜੇ ਕੋਈ ਗੱਡੀ ਕਾਰ ਵਿੱਚ ਬੈਠਾ ਹੋਏਗਾ,
इस तरह साहब जी गुरु पातशाह जी फरमान करते हैं भी बोतड़ा हर चरण मन चल लंघी है। सो ये जड़ा जहाज है गुरु साहब के चरण ने जड़ा बनया होया, पातशाह जी कहते हैं भी इस विच सवार हो के संसार सागर नूं पार कर जाइदा है, पार करना चाहिए। आठ पहर गुण गाए साधु संगी है रहाओ। सो हर वेले उस परमात्मा नूं याद करना चाहिए। दसिया होया संगत, सच दी संगत, क्योंकि असी रात नूं गुरुद्वारा साहब संगत नहीं कर सकते। असी ये नहीं कह सकते भी असी हुण संगत कित्थे करिए। संगत का मतलब सत संगत कैसी जानिए जिथे इको नाम वखाणीए, जिथे केवल परमात्मा की सिलसिला होंदी है उसनों ही अच्छा मन्निया गया, उसनों ही सच्चा मन्निया गया। सो इस करके गुरु साहब पावन पवित्र मुखारबिंद तो उच्चारण कर रहे ने, भोगै भोग अनेक बिन नावे सुंझिया सुंझिया। सुंझे का मतलब होंदा खाली, सुंझे का मतलब जां असी कहने सुन, बड़ा सुनना पिया, घर सुनना, वेड़ा सुनना, नगर सुनना, पिंड सुनना। इसी तरह गुरु साहब जी कहते भोगे भोग अनेक बिन नावै सुनिया सुंझिया। आत्मक जीवन तो खाली बंदा, संसार दे विच रहिंदा होया मनुख जीव दुनिया के पदार्थां नूं माणदा होया भोगदा होया अंदरों सुंझा ही रहिंदा, सुन्ना ही रहिंदा है। ते इस करके वो मनुख आत्मक जीवन तो सुन रह जाते हैं, जिहड़े उस परमात्मा दे नाल नहीं जुड़ते, उस केवल रसां दे विच ही पए रहिंदे ने, खाण पीण दे विच ही पए रहिंदे ने, संसार नूं दिखावा करन दे विच ही पए रहिंदे ने, और संसार तक ही उन्हां दी पहुँच हुंदी है, अगे कोई पहुँच नहीं हुंदी। भोगै भोग अनेक बिन नावे सुनिया। नाम तो बिना वो सुन्ने ही इस जग ते रहिंदे ने। सुन्ने का मतलब खाली भी हुंदा, अपने जीवन नूं खाली लैके जांदे ने। भोगे भोग अनेक बिन नावे सुंझिया। सो अपने जीवन दे विच वो हमेशा खाली ही रहिंदे ने ते खाली चले जाते हैं। नांगे आवन नांगे जाना, कोई ना रैसी राजा राना। सो इसलिए पातशाह जी अपने बाणी दे विच सानू ज्ञान दे रहे ने, सानू समझा रहे ने भी संसार के पदार्थों के विचों बाहर निकलेगा जिहड़ा इंसान, वही किधरे ना किधरे पहुँचेगा। जिहड़ा इंसान संसार के पदार्थों के विच ज़्यादा जुड़िया रहेगा वो हमेशा अशांत रहेगा, क्योंकि जिहड़ी चीज़ वाल ज़्यादा प्यार पैंदा है वो चीज़ तंग करती है। जिस चीज़ की खिच वधदी है वो चीज़ हमेशा मनुख नूं परेशान या तंग करती है। वो खिच भावें खाण वाले पदार्थों की होवे, भावें मोह रूप दे विच होवे, वो जिहड़ी खिच है वो मनुख नूं कमज़ोर करती है, मनुख नूं अपनी मंजिल तो दूर लैके जाती है। जिंज कह लीए संसार दे भोग, संसार दे तमाम पदार्थ, एक नहीं लगभग सारे ही ये ज़्यादा पदार्थ जिहड़े ने, ज़्यादा पदार्थ अपनाने, पीने, खाने, लैने, ये मनुख की बिरती नूं वधिया नहीं रखते, मनुख की बिरती नूं खराब करते। सो इस करके कपड़ भोग सुगंध तन मर्दन मालना। जिहड़े जीव सोहना नाम रूपी बाणा पाउंदे ने, जिन्हों असीं रोज़ पढ़ते हैं, जिनके चोले रतले प्यारे, कपड़ भोग सुगंध मर्दन मालना। जिहड़े जीव केवल अपनी जिंदगी दे विच केवल पहनना,
ਖਾਣਾ ਭੋਗਣਾ ਇਹੀ ਕਰਦੇ ਨੇ। ਇਹਦੇ ਬਾਰੇ ਬਾਣੀ ਵਿੱਚ ਲਿਖਿਆ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ, ਕੱਪੜ ਭੋਗ ਸੁਗੰਧ ਤਨ ਮਰਦਨ ਮਾਲਨਾ। ਸੋ ਇਹ ਜਿਹੜੇ ਸੋਹਣੇ ਕੱਪੜੇ ਸੀ, ਸੁਗੰਧੀ ਵਾਲੇ ਸੀ, ਉਹ ਜਿਹੜੇ ਸੀ ਉਹ ਕੇਵਲ ਤੇ ਕੇਵਲ ਦਿਖਾਵੇ ਵਾਲੀ ਚੀਜ਼ ਹੈ ਜਾਂ ਰਹਿ ਗਈ। ਬਿਨ ਸਿਮਰਨ ਤਨ ਛਾਲ ਸਰ ਪਰ ਚੱਲਣਾ। ਸੋ ਬਿਨਾਂ ਸਿਮਰਨ ਤੋਂ, ਛਾਰ ਦਾ ਮਤਲਬ ਹੁੰਦਾ ਮਿੱਟੀ ਸੁਆਹ, ਬਿਨਾਂ ਸਿਮਰਨ ਤੋਂ ਉਸ ਮਨੁੱਖ ਦਾ ਜੀਵਨ ਜਿਹੜਾ ਹੈ ਇੱਕ ਮਿੱਟੀ ਦੀ ਤਰ੍ਹਾਂ, ਇੱਕ ਖਾਕ ਦੀ ਤਰ੍ਹਾਂ, ਇੱਕ ਸੁਆਹ ਦੀ ਤਰ੍ਹਾਂ ਹੀ ਹੈ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ, ਮਹਾਂ ਬਿਖਮ ਸੰਸਾਰ ਵਿਰਲੇ ਪੇਖਿਆ। ਬਹੁਤ ਵਿਰਲੇ ਵਿਰਲੇ ਭਾਗਾਂ ਵਾਲਿਆਂ ਨੇ ਹੀ ਇਸ ਸੰਸਾਰ ਨੂੰ ਅਸਲ ਦੇ ਵਿੱਚ ਵੇਖਿਆ। ਅਸਲ ਦੇ ਵਿੱਚ ਸੰਸਾਰ ਨੂੰ ਵੇਖਣਾ ਕੀ ਹੈ? ਸੰਸਾਰ ਨੂੰ ਸਾਰੇ ਦੇਖਦੇ ਨੇ, ਅਸਲ ਦੇ ਵਿੱਚ ਸੰਸਾਰ ਨੂੰ ਵੇਖਣਾ ਕੀ ਹੈ? ਸੰਸਾਰ ਦੇ ਵਿੱਚ ਉਸ ਕਰਤੇ ਨੂੰ ਵੇਖਣਾ ਜਿਹੜੀ ਹੈ ਇੱਕ ਵੱਡੀ ਗੱਲ ਹੈ। ਸੰਸਾਰ ਦੇ ਵਿੱਚ ਉਸ ਕਰਤਾਰ ਨੂੰ, ਉਸ ਰੱਬ ਨੂੰ ਦੇਖਣਾ ਇੱਕ ਵੱਡੀ ਗੱਲ ਹੈ, ਕਿਉਂਕਿ ਸਾਰਾ ਸੰਸਾਰ ਜਿਹੜਾ ਹੈ ਉਸ ਪਰਮਾਤਮਾ ਨੂੰ ਨਹੀਂ ਵੇਖ ਰਿਹਾ ਸਾਰੀ ਸ੍ਰਿਸ਼ਟੀ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ। ਸੋ ਇਸ ਕਰਕੇ ਬਿਨ ਸਿਮਰਨ ਤਨ ਛਾਰ ਸਰ ਪਰ ਚੱਲਣਾ, ਮਹਾ ਬਿਖਮ ਸੰਸਾਰ ਵਿਰਲੇ ਪੇਖਿਆ। ਸੋ ਇਸ ਬਿਖਮ ਦਾ ਮਤਲਬ ਹੁੰਦਾ ਵਿਖੜਾ ਜਾਂ ਔਖਾ। ਇਸ ਔਖੇ ਪੈਂਡੇ ਦੇ ਵਿੱਚੋਂ ਕੋਈ ਵਿਰਲਾ ਹੀ ਪਾਰ ਹੋਇਆ। ਮਹਾ ਬਿਖਮ ਸੰਸਾਰ ਵਿਰਲੇ ਪੇਖਿਆ, ਛੂਟਨ ਹਰ ਕੀ ਸਰਨ ਲੇਖ ਨਾਨਕ ਲਿਖਿਆ। ਸੋ ਹਮੇਸ਼ਾ ਰੋਜ਼ ਅਸੀਂ ਸੁਣਦੇ ਹਾਂ, ਰੋਜ਼ ਅਸੀਂ ਪੜ੍ਹਦੇ ਹਾਂ, ਗੁਰੂ ਦੀ ਸ਼ਰਨ ਪਿਆ ਹੀ ਮਨੁੱਖ ਦੀ ਮੱਥੇ ਦੇ ਲੇਖ, ਮਨੁੱਖ ਦੇ ਮੱਥੇ ਦੇ ਲੇਖ ਜਿਹੜੇ ਨੇ ਉਹ ਸਿੱਧੇ ਹੁੰਦੇ ਹਨ, ਜਾਂ ਮਨੁੱਖ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ, ਪਾਰ ਹੋ ਜਾਂਦਾ ਹੈ। ਸੋ ਇਸ ਲਈ ਮਹਾਰਾਜ ਜੀ ਦੀ ਬਾਣੀ ਸਾਨੂੰ ਸਾਧ ਸੰਗਤ ਜੀ ਜਦੋਂ ਅਸੀਂ ਵਿਚਾਰ ਕਰਦੇ ਹਾਂ, ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਬਹੁਤ ਕੁਝ ਪ੍ਰਾਪਤ ਹੁੰਦਾ, ਔਰ ਬੜੀਆਂ ਹੀ ਚੋਟਾਂ ਜਿਹੜੀਆਂ ਨੇ ਉਹ ਸ਼ਬਦ ਦੀ ਵਿਚਾਰਾਂ ਹੀ ਸਾਨੂੰ ਮਿਲਦੀਆਂ ਹਨ। ਔਰ ਥੋੜ੍ਹਾ ਬਹੁਤਾ ਜੀਵਨ ਸਾਡਾ ਜ਼ਰੂਰ ਚੰਗਾ ਬਣਦਾ। ਇਹ ਨਹੀਂ ਵੀ ਜੋ ਸੁਣਿਆ ਉਹਦੇ ਨਾਲ ਸਾਡਾ ਜੀਵਨ ਨਾ ਬਣੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਸੋ ਜੀਵਨ ਸੁਣਨ ਦੇ ਨਾਲ, ਜੇ ਕੋਈ ਧਿਆਨ ਦੇ ਨਾਲ ਸੁਣੀਏ ਅਤੇ ਧਿਆਨ ਦੇ ਨਾਲ ਉਸ ਨੂੰ ਵਿਚਾਰੇ, ਮਨ ਵਿੱਚ ਵਸਾਵੇ, ਜੀਵਨ ਜਿਹੜਾ ਹੈ ਉਹ ਤਾਂ ਹੀ ਗੁਰੂ ਸਾਹਿਬ ਜੀ ਪਾਤਸ਼ਾਹ ਜੀ ਫਰਮਾਨ ਕਰਦੇ, ਜੀਵਨ ਤਾਂ ਹੀ ਸੁਖੀ ਹੈ, ਜੀਵਨ ਤਾਂ ਹੀ ਲੇਖੇ ਦੇ ਵਿੱਚ ਹੈ, ਜੀਵਨ ਉਸ ਦਾ ਹੀ ਲੇਖੇ ਦੇ ਵਿੱਚ ਹੈ ਜਿਹੜਾ ਉਸ ਪਰਮਾਤਮਾ ਨੂੰ ਯਾਦ ਕਰਦਾ, ਉਸ ਦੇ ਬਣਾਏ ਹੋਏ ਕਾਨੂੰਨਾਂ ਨੂੰ ਫੋਲੋ ਕਰਦਾ, ਉਸ ਦੀ ਬਖਸ਼ੀ ਹੋਈ ਮਰਿਆਦਾ ਨੂੰ ਸਾਂਭ ਕੇ ਰੱਖਦਾ ਜਾਂ ਉਸ ਨੂੰ ਆਪਣੇ ਅੰਦਰ ਵਸਾ ਕੇ ਰੱਖਦਾ। ਉਹ ਮਨੁੱਖ ਜਿਹੜਾ ਆਪਣੇ ਜੀਵਨ ਦੇ ਵਿੱਚ ਆਪ ਵੀ ਆਜ਼ਾਦ ਹੋ ਜਾਂਦਾ ਔਰ ਦੂਸਰੇ ਨੂੰ ਵੀ ਆਜ਼ਾਦ ਕਰ ਦਿੰਦਾ। ਇਹ ਬਹੁਤ ਵੱਡੀ ਇੱਕ ਤਾਕਤ ਜਿਹੜੀ ਹੈ ਇਹ ਸਾਨੂੰ ਗੁਰਬਾਣੀ ਦੁਆਰਾ, ਭਜਨ ਸਿਮਰਨ ਦੁਆਰਾ, ਨਿਤ ਨੇਮ ਦੁਆਰਾ, ਕੀਰਤਨ ਕਥਾ ਵਿਚਾਰਾਂ ਦੁਆਰਾ ਇਹ ਸਾਨੂੰ ਪ੍ਰਾਪਤ ਹੁੰਦੀ ਹੈ ਔਰ ਅਸੀਂ ਲਾਹਾ ਪ੍ਰਾਪਤ ਕਰਦੇ ਹਾਂ। ਸੋ ਲੜੀਵਾਰ ਸ਼ਬਦ ਦੀ ਬਹੁਤ ਪਿਆਰੀ ਵਿਚਾਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅਰਦਾਸ ਕਰਦੇ ਹਾਂ ਗੁਰੂ ਸਾਹਿਬ ਇਸ ਸ਼ਬਦ ਦਾ ਵਿਚਾਰ ਜਿਹੜਾ ਹੈ, ਭਾਵ ਜਿਹੜਾ, ਅਰਥ ਜਿਹੜਾ ਸਾਡੇ ਹਿਰਦੇ ਵਿੱਚ ਸਦੀਵੀ ਵਸੇ, ਤਾਂ ਜੋ ਸਾਨੂੰ ਮਾਰਗ ਦਿਸਦਾ ਰਹੇ,
ਤਾਂ ਜੋ ਸਾਨੂੰ ਰਸਤਾ ਜਿਹੜਾ ਲੱਭਦਾ ਰਹੇ। ਕਿਉਂਕਿ ਜੇ ਰਸਤਾ ਜਿਹੜਾ ਹੈ ਲੱਭਦਾ ਰਹੇਗਾ, ਚੇਤੇ ਵਿੱਚ ਰਹੇਗਾ, ਤੇ ਕਦੇ ਨਾ ਕਦੇ ਅਸੀਂ ਉਸ ਮੰਜ਼ਿਲ 'ਤੇ ਪਹੁੰਚ ਜਾਵਾਂਗੇ ਜਿਸ ਨੂੰ ਵਾਹਿਗੁਰੂ ਰਾਮ ਅੱਲਾ ਭਗਵਾਨ ਈਸ਼ਵਰ ਖੁਦਾ ਕਹਿੰਦੇ ਨੇ। ਸੋ ਇਹ ਸਾਰੀਆਂ ਜਿਹੜੀਆਂ ਵਿਚਾਰਾਂ ਨੇ, ਇਹਦਾ ਮਤਲਬ ਭਾਵ ਇਹ ਹੈ ਵੀ ਸੁਣ ਕੇ ਮੰਨ ਕੇ ਆਪਣੇ ਆਪ ਨੂੰ ਬਹੁਤ ਵਧੀਆ ਸੁੰਦਰ ਬਣਾਉਣਾ, ਆਪਣੇ ਮਨ ਨੂੰ ਬਹੁਤ ਸਾਫ਼ ਰੱਖਣਾ, ਆਪਣੇ ਦਿਲ ਦਿਮਾਗ ਦੇ ਵਿੱਚ ਕਦੇ ਵੀ ਬਹੁਤਾ ਸੰਸਾਰੀ ਜਿਹੜੀਆਂ ਚੀਜ਼ਾਂ ਪਦਾਰਥਾਂ ਨੂੰ ਨਹੀਂ ਆਉਣ ਦੇਣਾ। ਕਿਉਂਕਿ ਮਨੁੱਖ ਦੀ ਫਿਤਰਤ ਹੈ ਆਸ, ਇਹ ਆਸ ਹੀ ਲਾਈ ਰੱਖਦਾ। ਚਲੋ ਆਸ ਨਾਲ ਜੀਵਨ 'ਤੇ ਜਿਉਣਾ ਚਾਹੀਦਾ, ਇਹਦੇ ਵਿੱਚ ਕੋਈ ਐਸੀ ਦੋ ਰਾਏ ਨਹੀਂ। ਉਹ ਤਾਂ ਮਹਾਰਾਜ ਜੀ ਵੀ ਕਹਿੰਦੇ ਨੇ, ਪਰ ਆਸ ਦੇ ਵਿੱਚ ਕੇਵਲ ਸੰਸਾਰ ਜਾਂ ਸੰਸਾਰ ਦੇ ਪਦਾਰਥ ਹੀ ਨਾ ਹੋਣ, ਕੇਵਲ ਸੰਸਾਰ ਜਾਂ ਸੰਸਾਰ ਦੇ ਪਦਾਰਥ ਹੀ ਨਾ ਹੋਣ। ਇਸ ਕਰਕੇ ਪਦਾਰਥਾਂ ਦੇ ਨਾਲ ਜੁੜਿਆ ਬੰਦਾ ਪਰਮਾਤਮਾ ਤੋਂ ਦੂਰ ਹੋ ਜਾਂਦਾ ਜਾਂ ਸੱਖਣਾ ਹੋ ਜਾਂਦਾ। ਸੋ ਇਸ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਜਿਹੜੀ ਹੈ ਉਸ ਨੂੰ ਹੀ ਬਹੁਤ ਮਹਾਨ ਮੰਨਿਆ ਗਿਆ। ਅਰਦਾਸ ਦੇ ਵਿੱਚ ਸਾਡੇ ਅੰਦਰ ਦੀ ਸਾਰੀ ਭਾਵਨਾ, ਭਾਵੇਂ ਅਸੀਂ ਬੋਲੀਏ ਚਾਹੇ ਨਾ ਬੋਲੀਏ, ਸਾਡੇ ਅੰਦਰ ਦੀ ਜਿਹੜੀ ਅੱਜ ਦੀ ਭਾਵਨਾ ਚੱਲ ਰਹੀ ਹੈ, ਉਹ ਜਿਹੜੀ ਭਾਵਨਾ ਜਿਹੜੀ ਹੈ ਉਹ ਮਹਾਰਾਜ, ਜਿਹੜੀ ਸੰਸਾਰ ਦੀ ਭਾਵਨਾ ਉਹਦੀ ਗੱਲ ਨਹੀਂ, ਜਿਹੜੀ ਉਸ ਪਰਮ ਪਿਤਾ ਅਕਾਲ ਪੁਰਖ ਦੇ ਨਾਲ ਮਿਲਣ ਦੀ ਭਾਵਨਾ ਜਾਂ ਉਸ ਨੂੰ ਦੇਖਣ ਸੁਣਨ ਦੀ ਭਾਵਨਾ, ਉਹ ਮਹਾਰਾਜ ਜੀ ਕਹਿੰਦੇ ਨੇ ਉਹ ਪੂਰੀ ਹੋ ਜਾਂਦੀ ਹੈ। ਉਹ ਭਾਵਨਾ ਜਿਹੜੀ ਹੈ ਉਸ ਨੂੰ ਫਲ ਲੱਗ ਜਾਂਦਾ। ਸੋ ਇਸ ਕਰਕੇ ਭਾਵਨਾ ਹਮੇਸ਼ਾ ਜਿਹੜੀ ਹੈ ਗੁਰਮਤਿ ਵਾਲੀ ਹੋਵੇ, ਚੰਗੀ ਹੋਵੇ, ਅਤੇ ਉਸ ਭਾਵਨਾ ਨੂੰ ਹਮੇਸ਼ਾ ਮਹਾਰਾਜ ਜੀ ਕਹਿੰਦੇ ਨੇ ਫਲ ਲੱਗਦੇ ਨੇ। ਜਿਵੇਂ ਅਸੀਂ ਆਮ ਕਰਕੇ ਕਹਿ ਦਿੰਦੇ ਹਾਂ ਵੀ ਨੀਅਤ ਨੂੰ ਫਲ ਲੱਗਦੇ ਨੇ, ਨੀਤ ਨੂੰ ਫਲ ਲੱਗਦੇ ਨੇ, ਨੀਤਾਂ ਨੂੰ ਮੁਰਾਦਾਂ ਆਮ ਕਹਿੰਦੇ ਹਨ। ਇਸੇ ਤਰ੍ਹਾਂ ਸਾਰੇ ਆਪਣੇ ਮਨ ਨੂੰ ਅਸੀਂ ਸੋਹਣਾ ਬਣਾ ਕੇ ਰੱਖੀਏ, ਅੰਦਰ ਦਇਆ ਪੈਦਾ ਕਰਕੇ ਰੱਖੀਏ, ਅੰਦਰ ਚੰਗੀ ਭਾਵਨਾ ਪੈਦਾ ਕਰਕੇ ਰੱਖੀਏ। ਨਫ਼ਰਤ ਨੂੰ ਅਤੇ ਈਰਖਾ ਨੂੰ ਤਾਂ ਬਿਲਕੁਲ ਖਤਮ ਹੀ ਕਰ ਦੇਣਾ। ਨਿੰਦਿਆ ਚੁਗਲੀ ਝੂਠ ਨੂੰ ਤਾਂ ਮਿਟਾਉਣ ਦੀ ਕੋਸ਼ਿਸ਼ ਕਰਨੀ ਹੈ ਪੂਰੀ। ਜਦੋਂ ਤੱਕ ਇਹ ਸਾਡੇ ਅੰਦਰ ਰਹਿੰਦੇ ਨੇ, ਇਹ ਸਾਨੂੰ ਸ਼ਾਂਤ ਨਹੀਂ ਰਹਿਣ ਦਿੰਦੇ। ਧਿਆਨ ਦੇਣਾ, ਜਦੋਂ ਤੱਕ ਇਹ ਮਾੜੀਆਂ ਚੀਜ਼ਾਂ ਸਾਡੇ ਅੰਦਰ ਜਾਂ ਸਾਡੇ ਮੂੰਹ 'ਤੇ ਵਾਰ-ਵਾਰ ਆਉਂਦੀਆਂ ਨੇ, ਇਹ ਆਪਸੀ ਪਿਆਰ ਦੇ ਵਿੱਚ ਬਹੁਤ ਜ਼ਿਆਦਾ ਇਹ ਰੁਕਾਵਟ ਪਾਉਂਦੀਆਂ ਹਨ। ਜਿਹੜੀ ਸਾਡੀ ਨਜ਼ਦੀਕੀ ਹੈ ਉਸ ਨੂੰ ਦੂਰੀ ਦੇ ਵਿੱਚ ਬਦਲਦੀਆਂ ਹਨ। ਸੋ ਇਸ ਲਈ ਗੁਰੂ ਸਾਹਿਬ ਮਿਹਰ ਕਰਨ, ਦਇਆ ਕਰਨ, ਸਾਡਾ ਜੀਵਨ ਜਿਹੜਾ ਹੈ ਉਹ ਸਾਫ ਸੁਥਰਾ ਹੋਵੇ, ਸਾਡਾ ਅੰਦਰੋਂ ਵੀ ਸੁਥਰਾ ਹੋਵੇ, ਔਰ ਅਸੀਂ ਬਾਹਰੋਂ ਸਾਡੀ ਜ਼ੁਬਾਨ ਦੇ ਬੋਲ ਵੀ ਸੁਥਰੇ ਜਾਂ ਸਾਫ ਹੋਣ, ਵੀ ਜਿਹਦੇ ਨਾਲ ਸਾਰਿਆਂ ਨਾਲ ਸਾਂਝ ਬਣੇ, ਸਾਰਿਆਂ ਨਾਲ ਪਿਆਰ ਬਣੇ, ਔਰ ਸਾਰੇ ਹੀ ਸਾਨੂੰ ਇੱਜ਼ਤ ਮਾਣ ਔਰ ਸਤਿਕਾਰ ਬਖਸ਼ਣ। ਸੋ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ। ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਬਹੁਤ ਹੀ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਸਰਵਣ ਕਰਵਾਈ ਹੈ। ਪ੍ਰਮਾਣ ਸਹਿਤ ਇਸ ਦਾ ਭਾਵ ਅਰਥ ਸਭ ਦੇ ਹਿਰਦੇ ਵਿੱਚ ਵਸੇ, ਸਭ ਦਾ ਜੀਵਨ ਜਿਹੜਾ ਉਹ ਗੁਰਮਤਿ ਵਾਲਾ ਬਣੇ। ਮਹਾਰਾਜ ਸਭ ਨੂੰ ਖੁਸ਼ੀਆਂ, ਸਭ ਨੂੰ ਤੰਦਰੁਸਤੀਆਂ, ਸਭਨਾਂ ਦੇ ਬੱਚਿਆਂ ਦੇ ਕਾਰਜ ਰਾਸ ਕਰਨ। ਇਨੀ ਸੇਵਾ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।